ਆਤਰਮ ਮੰਡਲ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਜਿੱਥੇ ਸਤਿਗੁਰ ਰਵਿਦਾਸ ਮਹਾਰਾਜ ਜੀ 1515 ਈਸਵੀ ਵਿੱਚ ਆਏ ਅਤੇ ਇਸ ਅਸਥਾਨ ਤੇ 4 ਸਾਲ 2 ਮਹੀਨੇ 11 ਦਿਨ ਰਹਿ ਕੇ ਉਹਨਾਂ ਸੰਗਤਾਂ ਨੂੰ ਨਾਮਦਾਨ ਦੇ ਨਾਲ ਜੋੜਿਆ। संत सतविंदरजीत हीरा, संत सुरिंदर दास, संत सरवन दास, संत डॉक्टर करणदीप सिंह फरीदकोट समेत समूह महापुरुषां दी देखरेख हेठ देश विदेश दीयां संगतां दे सहयोग नाल विशेष समागम करवाया गया। इस मौके पंजाब तो इलावा हिमाचल, हरियाणा, जम्मू कश्मीर, दिल्ली समेत वख-वख थावां तो संगतां नतमस्तक होण पहुंचियां। ऑल इंडिया आतरम मिशन यूनिट भिखी, समूह साध संगत सरदूलगढ़, नौजवान प्रबंधक कमेटी जखेवाल संगरूर ਅਤੇ ਗੁਰੂ ਰਵਿਦਾਸ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਖੁਰਾਲਗੜ੍ਹ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੇ ਲਈ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ। सतगुरु रविदास महाराज जी ने एक शब्द पढ़ लो और सानू शिक्षा दी गई है, ज्ञान दिता गया है और सानू अकल बुद्धि जी दुनिया को मिल नहीं सकती और शब्दों के विचों मिलती है। महापुरुषों ने जाते कितारा हो गया उच्ची हो जाते बढ़िया जिन्होंने दिन रात मेहनत करके। अजीत वैब टीवी वेख रहे दर्शकों ਨੂੰ ਨਿੱਘੀ ਜਾਇਆ ਸਤਿ ਸ੍ਰੀ ਅਕਾਲ। ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ ਅਜੀਤ ਵੈਬ ਟੀਵੀ ਲਈ ਅੱਜ ਅਸੀਂ ਵਿਸ਼ੇਸ਼ ਰਿਪੋਰਟ ਤਿਆਰ ਕਰਨ ਵਾਸਤੇ ਪਹੁੰਚੇ ਹਾਂ ਗੜ੍ਹਸ਼ੰਕਰ ਤਹਿਸੀਲ 'ਚ शिवालक ਦੀਆਂ ਪਹਾੜੀਆਂ ਦੀ ਨਿੱਘੀ ਗੋਦ 'ਚ ਬਣੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਸ਼੍ਰੀ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਖੁਰਾਲਗੜ੍ਹ ਸਾਹਿਬ ਵਿਖੇ ਜਿੱਥੇ ਅਸਥਾਨ ਦੇ ਪ੍ਰਬੰਧਕਾਂ ਵੱਲੋਂ ਮਹਾਨ ਇਨਕਲਾਬੀ ਬਾਬੂ ਮੰਗੂ ਰਾਮ ਜੀ ਮੁੱਗੋਵਾਲੀਆ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਬਾਬੂ ਮੰਗੂ ਰਾਮ ਜੀ ਮੁੱਗੋਵਾਲੀਆ ਜੋ ਕਿ 1909 ਵਿੱਚ ਅਮਰੀਕਾ ਗਏ ਜਿੱਥੇ ਉਹ ਗਦਰ ਲਹਿਰ ਦੇ ਆਗੂਆਂ ਹਰਦਿਆਲ ਜੀ, ਬਾਬਾ ਸੋਹਣ ਸਿੰਘ ਭਕਨਾ ਜੀ ਅਤੇ ਹੋਰ ਆਗੂਆਂ ਦੇ ਸੰਪਰਕ ਵਿੱਚ ਆਏ ਤੇ ਗਦਰ ਲਹਿਰ ਲਈ ਵੀ ਉਹਨਾਂ ਕੰਮ ਕੀਤਾ। ਗਦਰ ਲਹਿਰ ਵੱਲੋਂ ਇੱਕ ਖਾਸ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ ਆਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜਹਾਜ਼ ਸਮੁੰਦਰ ਰਸਤੇ ਲਿਆਉਣਾ ਸੀ। ਇਸ ਕਾਰਜ ਦੀ ਜ਼ਿੰਮੇਵਾਰੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਦਿੱਤੀ ਗਈ ਪਰ ਇਸ ਦੀ ਖਬਰ ਬਰਤਾਨੀਆ ਸਰਕਾਰ ਨੂੰ ਲੱਗੀ ਤੇ ਉਸਨੇ ਜਸੂਸੀ ਕਰਨੀ ਸ਼ੁਰੂ ਕਰਤੀ। ਇਹ ਮਿਸ਼ਨ 1915 ਚ ਚੱਲਿਆ ਜਿਸ ਨੂੰ गदर लहर के 5 आगू लैके आ रहे सन पर उस समय मंदभागी घटना वापर गई। बरतानिया सरकार ने समुंदर विच ही तोपां नाल उड़ा दिता। बाबू मंगू राम मुगोवालिया जी किसी तरीके नाल उस समय बच के ते आखिर आ गए
ਤੇ ਆਖਰ 16 ਸਾਲ ਬਾਅਦ 1925 ਵਿੱਚ ਭਾਰਤ ਪਹੁੰਚ ਗਏ ਤੇ ਉਹਨਾਂ ਆਪਣੇ ਪਿੰਡ ਮੁੱਗੋਵਾਲ ਵਿਖੇ, ਜੋ ਕਿ ਮਾਹਲਪੁਰ ਦੇ ਲਾਗੇ ਪੈਂਦਾ ਹੈ, ਆਦ ਧਰਮ ਪ੍ਰਾਇਮਰੀ ਸਕੂਲ ਖੋਲ੍ਹਿਆ ਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ 1926 ਚ ਆਦ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਤੇ ਇਸੇ ਸਾਲ ਜਲੰਧਰ ਚ ਆਦ ਧਰਮ ਸੰਗਠਨ ਦਾ ਪਹਿਲਾ ਦਫ਼ਤਰ ਖੋਲ੍ਹਿਆ ਤੇ 1940 ਤੱਕ ਬਾਬੂ ਜੀ ਜਲੰਧਰ ਰਹੇ। ਉਹਨਾਂ ਬਾਰੇ ਵਿਸਥਾਰਤ ਜਾਣਕਾਰੀ ਲੈਣ ਲਈ ਅਸੀਂ ਗੱਲਬਾਤ ਕਰਾਂਗੇ ਸਤਵਿੰਦਰਜੀਤ ਹੀਰਾ ਜੀ, ਸੰਤ ਸੁਰਿੰਦਰ ਦਾਸ ਜੀ ਅਤੇ ਮਨਜੀਤ ਜੀ, ਜਿਹੜੇ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਪੋਤਰੇ ਹਨ। ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿਵੇਂ ਕਿਵੇਂ ਉਹਨਾਂ ਦਾ ਜੀਵਨ ਬਤੀਤ ਹੋਇਆ ਤੇ ਕਿਹਨਾਂ ਔਕੜਾਂ 'ਚੋਂ ਉਹਨਾਂ ਨੇ ਸਮਾਜ ਲਈ ਸੰਘਰਸ਼ ਕੀਤਾ। ਮੌਜੂਦ ਨੇ ਸੰਤ ਸਤਵਿੰਦਰਜੀਤ ਹੀਰਾ ਜੀ, ਜਿਹੜੇ ਚਰਨਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਆਗੂ ਨੇ, ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਜਿਹੜਾ ਅਦਾਰਾ ਬੁਲੰਦੀਆਂ ਛੂਹ ਰਿਹਾ। ਹੀਰਾ ਜੀ, ਤੁਹਾਡਾ ਅਜੀਤ ਵੈਬ ਟੀਵੀ ਤੇ ਸਵਾਗਤ ਹੈ। ਧੰਨਵਾਦ। ਅੱਜ ਦਾ ਜਿਹੜਾ ਮੁੱਖ ਸਮਾਗਮ ਹੈ, ਇਹਦੇ ਬਾਰੇ ਪਹਿਲੇ ਤਾਂ ਸਾਨੂੰ ਜਾਣਕਾਰੀ ਦਿਓ। ਅੱਜ ਬਾਊ ਮੰਗੂ ਰਾਮ ਮੁੱਗੋਵਾਲੀਆ ਜੀ, ਜਿਹੜੇ ਕਿ ਅੱਜ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਅੱਜ ਅਸੀਂ ਕੋਈ ਸਮਾਗਮ ਕਰ ਰਹੇ ਹਾਂ ਜਾਂ ਅੱਜ ਅਸੀਂ ਕੋਈ ਬੈਠੇ ਹਾਂ ਤੇ ਉਸ ਦੇ ਵਿੱਚ ਉਸ ਮਹਾਨ ਯੋਧੇ ਦਾ ਬਹੁਤ ਵੱਡਾ ਯੋਗਦਾਨ ਹੈ। ਬਾਊ ਮੰਗੂ ਰਾਮ ਮੁੱਗੋਵਾਲੀਆ ਦਾ ਜਨਮ 14 ਜਨਵਰੀ ਹੁੰਦਾ, ਲੇਕਿਨ ਅਸੀਂ ਇੱਥੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ 'ਤੇ ਪਿਛਲੇ 10 ਸਾਲ ਤੋਂ ਵੱਡੀ ਪੱਧਰ 'ਤੇ ਸੰਗਤਾਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਆਉਂਦੀਆਂ ਔਰ ਇੱਥੇ ਮਨਾਇਆ ਜਾਂਦਾ। ਤੇ ਅੱਜ ਵੀ ਸਮਾਣਾ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਆਈਆਂ ਔਰ ਵੱਖ-ਵੱਖ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ, ਤਹਿਸੀਲਾਂ ਤੋਂ, ਨਗਰਾਂ ਤੋਂ ਸੰਗਤ ਆਈ ਹੋਈ ਹੈ ਬਾਊ ਮੰਗੂ ਰਾਮ ਮੁੱਗੋਵਾਲੀਆ ਦੇ ਜਨਮ ਦਿਨ ਦੀ ਖੁਸ਼ੀ ਵਿੱਚ, ਜਿਹੜਾ ਕਿ ਅੱਜ 137ਵਾਂ ਜਨਮ ਦਿਨ ਨੂੰ ਸਮਰਪਿਤ ਅੱਜ ਸਮਾਗਮ ਕਰਾਇਆ ਜਾ ਰਿਹਾ। ਹੀਰਾ ਜੀ, ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਉਸ ਵੇਲੇ ਜਿਹੜੇ ਅਛੂਤ ਲੋਕ, ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਸੀ, ਉਹਨਾਂ ਦੇ ਹੱਕਾਂ ਦੇ ਲਈ ਆਦ ਧਰਮ ਮਿਸ਼ਨ ਦੀ ਸਥਾਪਨਾ ਕੀਤੀ ਤੇ ਉਸ ਵੇਲੇ ਉਹਨਾਂ ਨੇ ਲੋਕਾਂ ਦੇ ਹੱਕਾਂ ਦੇ ਲਈ ਕੀ ਕੀਤਾ? ਸਭ ਤੋਂ ਪਹਿਲਾਂ ਤੇ ਜਦੋਂ ਬਾਊ ਮੰਗੂ ਰਾਮ ਮੁੱਗੋਵਾਲੀਆ ਜੀ ਗਦਰ ਲਹਿਰ ਦੇ ਵਿੱਚ ਸਨ, ਅਮਰੀਕਾ ਤੋਂ ਜਦੋਂ ਉਹਨਾਂ ਦੀ ਡਿਊਟੀ ਲੱਗੀ ਤੇ ਉਹ ਏਸ਼ੀਆ ਆ ਰਹੇ ਸਨ ਤੇ ਪਕੜੇ ਗਏ ਔਰ ਘੁੰਮਦੇ ਘਮਾਉਂਦੇ ਜੇਲ੍ਹਾਂ 'ਚੋਂ ਹੁੰਦੇ ਹੋਏ ਉਹ 1925 ਦੇ ਵਿੱਚ ਅਖੀਰ ਦਸੰਬਰ ਦੇ ਵਿੱਚ ਇੱਥੇ ਇੰਡੀਆ ਪਹੁੰਚੇ ਵਾਇਆ ਚੇਨਈ, ਸ੍ਰੀਲੰਕਾ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਦਬੇ ਕੁਚਲੇ ਲੋਕ, ਅਨੁਸੂਚਿਤ ਜਾਤੀ ਦੇ ਲੋਕ, ਜਿਨ੍ਹਾਂ ਨੂੰ ਆਪਾਂ ਉਸ ਸਮੇਂ ਦੀਆਂ 36 ਜਾਤਾਂ ਵਿੱਚ ਵੰਡਿਆ ਸੀ ਪੰਜਾਬ ਨੂੰ, ਉਹਨਾਂ ਨੇ ਦੇਖਿਆ ਬਹੁਤ ਵੱਡਾ ਵਿਤਕਰਾ ਹੋ ਰਿਹਾ। ਉਹਨਾਂ ਨੇ 36 ਜਾਤਾਂ ਨੂੰ ਇਕੱਠੇ ਕਰਕੇ 11-12 ਜੂਨ 1926 ਨੂੰ ਇੱਕ ਆਦ ਧਰਮ ਮੰਡਲ ਨਾਂ ਦੀ ਸੰਸਥਾ ਬਣਾਈ, ਜਿਸ ਦੇ ਵਿੱਚ ਉਹਨਾਂ ਨੇ ਇੱਕ ਜਕਾਰਾ ਦਿੱਤਾ, ਬੋਲੇ ਸੋ ਨਿਰਭੈ, ਭਾਵ ਕਿ ਉਹ ਬੋਲੋ ਜਿਸ ਨੂੰ ਕੋਈ ਡਰ ਨਹੀਂ ਹੈ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ, ਉਹ ਗੁਰੂ ਦਾ ਨਾਮ ਲਓ ਜਿਹੜੇ ਡਰਦੇ ਨੇ। ਦੂਸਰਾ, ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ, ਉਹ ਬੋਲੋ ਜਿਹੜੇ ਭਗਵਾਨ ਵਾਲਮੀਕ ਦਾ ਨਾਂ ਉਹ ਲਓ ਜਿਹੜੇ ਡਰਦੇ ਨਹੀਂ, ਸਿਰਫ ਪਰਮਾਤਮਾ ਤੋਂ ਡਰਦੇ ਹੈ। ਤੇ ਉਹਨਾਂ ਨੇ ਸੰਸਥਾ ਬਣਾਈ 11-12 ਜੂਨ ਨੂੰ ਵੱਡੀ ਪੱਧਰ 'ਤੇ ਔਰ ਉਸ ਸੰਸਥਾ ਦੇ ਰਾਹੀਂ ਉਹਨਾਂ ਨੇ ਇੱਕ ਸਭ ਤੋਂ ਪਹਿਲਾ ਜਿਹੜਾ ਕੰਮ ਵਿੱਢਿਆ ਉਹ ਇਹ ਸੀ ਕਿ ਪੰਜਾਬ ਦੀ ਰਿਆਸਤ ਦੇ ਵਿੱਚ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਤੇ ਉਦੋਂ ਸਾਨੂੰ ਘਰ ਬਣਾਉਣ ਦਾ ਅਧਿਕਾਰ ਨਹੀਂ ਸੀ, ਭਾਵ ਕਿ ਸਾਡੀ ਛੱਤ ਹੋਇਆ ਕਰਦੀ ਸੀ ਲੇਕਿਨ ਜ਼ਮੀਨ ਸਾਡੇ ਨਾਂ 'ਤੇ ਨਹੀਂ ਸੀ ਹੁੰਦੀ। ਤੇ ਫਿਰ ਉਹਨਾਂ ਨੇ 1927 ਦੇ ਵਿੱਚ ਜੋ ਲਾਹੌਰ ਦੇ ਵਿੱਚ ਆਪਣੀ ਉਸ ਸਮੇਂ ਰਾਜਧਾਨੀ ਹੁੰਦੀ ਸੀ, ਅੰਗਰੇਜ਼ਾਂ ਦੇ ਵਿੱਚ ਜਦੋਂ ਮੀਟਿੰਗ ਦੇ ਵਿੱਚ ਗਏ ਤੇ ਸਿਰ ਦੇ ਉੱਤੇ ਕੁਰਸੀ ਲੈ ਕੇ ਚਲੇ ਗਏ ਤੇ ਅੰਗਰੇਜ਼ਾਂ ਨੇ ਆਪਣੀ ਭਾਸ਼ਾ ਦੇ ਵਿੱਚ ਕਿਹਾ ਮੂਰਖ ਮੰਗੂ ਰਾਮ, ਸਾਡੇ ਕੋਲ ਕੁਰਸੀਆਂ ਦਾ ਘੱਟ ਹੈ। ਤੇ ਬਾਊ ਜੀ ਨੇ ਕਿਹਾ ਕਿ ਇਹ ਕੁਰਸੀ ਨਹੀਂ ਹੈ, ਇਹ ਮੇਰੀ ਛੱਤ ਹੈ, ਮੈਨੂੰ ਦੱਸੋ ਮੈਂ ਕਿੱਥੇ ਰੱਖਾਂ। ਤੇ ਸਭ ਤੋਂ ਪਹਿਲੀ ਪ੍ਰਾਪਤੀ ਹੋਈ ਸੀ ਕਿ ਉਹਨਾਂ ਨੇ 5 ਮਰਲੇ ਦਾ ਜੋ ਮਕਾਨ ਹੈ, ਪਲਾਟ ਹੈ, ਉਹ ਸਾਡੇ ਨਾਂ 'ਤੇ ਕਰਾਉਣ ਦਾ ਹੱਕ ਮਿਲਿਆ। ਜਦੋਂ ਇਹ ਹੱਕ ਮਿਲ ਗਿਆ ਤੇ ਫਿਰ ਸਾਰੇ ਲੋਕ ਬਹੁਤ ਖੁਸ਼ ਹੋਏ। 1930 ਦੇ ਵਿੱਚ ਬਾਊ ਮੰਗੂ ਰਾਮ ਜੀ ਨੇ ਸਾਰੀਆਂ ਜਿਹੜੀਆਂ ਅਨੁਸੂਚਿਤ ਜਾਤੀਆਂ ਪੰਜਾਬ ਦੇ ਵਿੱਚ ਸਨ, ਉਹਨਾਂ ਨੂੰ ਸਾਰੀਆਂ ਨੂੰ ਇਕੱਠੇ ਕਰਕੇ ਤੇ ਲਾਹੌਰ ਅਸੈਂਬਲੀ ਜਿੱਥੇ ਹੈ ਉੱਥੇ ਲੈ ਗਏ। ਉਹਨਾਂ ਨੂੰ ਕਹਿਣ ਲੱਗੇ, ਅਸੀਂ ਜੋ ਸਾਡਾ ਧਰਮ ਹੈ ਉਹ ਆਦ ਧਰਮ ਹੈ, ਅਸੀਂ ਆਦਿਵਾਸੀ ਹਾਂ। ਆਦ ਧਰਮ ਤੋਂ ਭਾਵ ਕੀ ਹੈ? ਕੁਦਰਤ ਦਾ ਧਰਮ। ਕੁਦਰਤ ਦਾ ਧਰਮ ਕੀ ਹੈ ਕਿ ਜਿਸ ਤਰ੍ਹਾਂ ਕੋਈ ਆਕਸੀਜਨ ਸਾਡੇ ਨਾਲ ਛੂਆਛਾਤ ਨਹੀਂ ਕਰਦੀ, ਸੂਰਜ ਤਪਸ਼ ਦੇਣ ਵੇਲੇ ਛੂਆਛਾਤ ਨਹੀਂ ਕਰਦਾ, ਚੰਦਰਮਾ ਠੰਡਕ ਦੇਣ ਵੇਲੇ ਛੂਆਛਾਤ ਨਹੀਂ ਕਰਦਾ, ਇਸੇ ਤਰ੍ਹਾਂ ਕੁਦਰਤ ਦਾ ਧਰਮ ਹੈ ਕਿ ਸਾਰਿਆਂ ਨੂੰ ਬਰਾਬਰ ਸਮਝਣਾ, ਉਹ ਹੈ ਆਦ ਧਰਮ, ਕੁਦਰਤ ਦਾ ਧਰਮ। ਇਸ ਦੇ ਨਾਲ ਹੀ ਮੈਂ ਤੁਹਾਨੂੰ ਸਵਾਲ ਕਰਦਾ ਵੀ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਲਾਹੌਰ ਦੇ ਵਿੱਚ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਨਾਲ ਕਿੰਨੇ ਜਿਹੜੇ MLA ਚੁਣੇ ਗਏ ਸੀ ਤੇ ਉਹਨਾਂ ਦੀ ਕੀ ਭੂਮਿਕਾ ਰਹੀ ਹੈ? ਬਾਊ ਮੰਗੂ ਰਾਮ ਮੁੱਗੋਵਾਲੀਆ ਨੇ ਜਦੋਂ ਆਦ ਧਰਮ
1930 ਦੇ ਵਿੱਚ 10,000 ਲੋਕਾਂ ਨੂੰ ਨਾਲ ਲਿਜਾ ਕੇ ਸਾਰੀਆਂ ਜਾਤਾਂ ਨੂੰ ਇਕੱਠੇ ਕਰਕੇ ਜਦੋਂ ਪਲੇਟਫਾਰਮ ਬਣਾ ਲਿਆ, ਤੇ ਪਲੇਟਫਾਰਮ ਬਣਾ ਕੇ ਜਦੋਂ ਉਸ ਨੂੰ ਲੱਗਿਆ ਕਿ ਬਹੁਤ ਵੱਡਾ ਅਸੀਂ ਇੱਕ ਰਣ ਜਿੱਤ ਲਿਆ, ਜਿਵੇਂ ਕਿ ਸਾਡਾ ਰਜਿਸਟਰ ਹੋ ਗਿਆ ਧਰਮ ਆਦ ਧਰਮ, ਤੇ ਫਿਰ 1931 ਦੀ ਮਰਦਮਸ਼ੁਮਾਰੀ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਧਰਮ ਆਦ ਧਰਮ ਲਿਖਵਾਇਆ, ਖਾਨਾ ਬਣ ਗਿਆ। ਭਾਰਤ ਦੇ ਵਿੱਚ ਪਹਿਲਾਂ 3 ਹੀ ਖਾਨੇ ਸਨ, ਹਿੰਦੂ, ਮੁਸਲਿਮ ਤੇ ਈਸਾਈ, ਤੇ ਚੌਥਾ ਖਾਨਾ ਬਣਿਆ ਆਦ ਧਰਮ ਦਾ। ਉਹ ਜਿਹੜੇ 4 ਖਾਨੇ ਬਣੇ, ਫਿਰ ਬਾਊ ਜੀ ਨੇ ਦੇਖਿਆ ਇੰਨੀ ਵੱਡੀ ਗਿਣਤੀ ਸਾਡੀ ਸੰਗਤ ਸਾਡੇ ਨਾਲ ਹੈ। 1936 ਦੇ ਵਿੱਚ ਜਦੋਂ ਇਲੈਕਸ਼ਨ ਆਏ ਅਸੈਂਬਲੀ ਦੇ, ਤੇ ਉਹਨਾਂ ਨੇ 8 MLA ਖੜੇ ਕੀਤੇ ਸੀ। 15 ਜਨਵਰੀ 1937 ਨੂੰ ਰਿਜ਼ਲਟ ਆਇਆ ਸੀ, ਔਰ ਉਦੋਂ ਸਾਡੇ 7 MLA ਜਿੱਤ ਗਏ ਸੀ। ਦੇਸ਼ ਦੀ ਵੰਡ ਵੇਲੇ ਕਿਹੜੇ ਇਲਾਕੇ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਮੰਗ ਕਰ ਰਿਹਾ ਵੀ ਇਹ ਇਲਾਕੇ ਜਿਹੜਾ ਸਾਨੂੰ ਦਿਓ, ਸਾਨੂੰ ਅਸੀਂ ਇੱਥੇ ਕਬਜ਼ਾ ਕਰਨਾ ਚਾਹੀਦਾ, ਪਰ ਉਸ ਵੇਲੇ ਜਿਹੜੇ ਬਾਬੂ ਮੰਗੂ ਰਾਮ ਮੱਗੋਵਾਲੀਆ ਸੀ ਉਹਨਾਂ ਦੀ ਕੀ ਭੂਮਿਕਾ ਰਹੀ? ਬਾਊ ਮੰਗੂ ਰਾਮ ਮੱਗੋਵਾਲੀਆ ਜੀ ਨੇ, ਆਪਾਂ ਕਹਿ ਸਕਦੇ ਹਾਂ ਕਿ ਅੱਜ ਅਗਰ ਅਸੀਂ ਪੰਜਾਬ ਭਾਰਤ ਦੇ ਵਿੱਚ ਹਾਂ ਤੇ ਬਾਊ ਮੰਗੂ ਰਾਮ ਮੱਗੋਵਾਲੀਆ ਦੀ ਬਦੌਲਤ ਹਾਂ। ਪਾਕਿਸਤਾਨ ਜੋ ਸੀ ਨਹੀਂ ਤਾਂ ਬਣਨ ਜਾ ਰਿਹਾ ਸੀ ਦਿੱਲੀ ਦੇ ਬਾਰਡਰ ਤੱਕ, ਕਰਨਾਲ ਜਿਸ ਦੇ ਵਿੱਚ ਸੀ, ਤੇ ਆ ਜਿਹੜਾ ਸਾਡਾ ਸਾਰਾ ਪੰਜਾਬ ਹੈ ਇਹ ਕਰਨਾਲ ਤੱਕ ਜਾ ਰਿਹਾ ਸੀ, ਕਿਉਂਕਿ ਜਦੋਂ ਦੇਸ਼ ਵੰਡ ਨਹੀਂ ਸੀ ਹੋਈ ਉਦੋਂ ਕਰਨਾਲ ਵੀ ਪੰਜਾਬ ਵਿੱਚ ਸੀ, ਉਦੋਂ ਇਹ ਪੰਜਾਬ ਬਹੁਤ ਵੱਡਾ ਸੀ, ਤੇ ਉਹ ਸਾਰਾ ਪੰਜਾਬ ਮੰਗਦੇ ਸੀ, ਜਿਸ ਕਰਕੇ ਬਾਊ ਮੰਗੂ ਰਾਮ ਜੀ ਅੜ ਗਏ ਔਰ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਭਾਰਤ ਦੇ ਵਿੱਚ ਰਹਿਣਾ, ਜਿਸ ਕਰਕੇ ਇਹ ਜਿਹੜਾ ਸਾਡਾ ਪਾਕਿਸਤਾਨ ਹੈ ਉਹ ਇੱਧਰ ਪਿੱਛੇ ਅੰਮ੍ਰਿਤਸਰ ਤੋਂ ਪਰੇ ਚਲੇ ਗਿਆ। ਇਸ ਦੇ ਨਾਲ ਹੀ ਬਾਬੂ ਜੀ ਦੀ ਜਿਹੜੀ ਪਛੜੇ ਸਮਾਜ ਨੂੰ ਕੀ ਦੇਣ ਆ ਉਹਦੇ ਬਾਰੇ ਵੀ ਤੁਸੀਂ ਚਾਨਣਾ ਪਾਓ। ਬਾਊ ਮੰਗੂ ਰਾਮ ਜੀ ਦੀ ਪਛੜੇ ਸਮਾਜ ਨੂੰ ਦੇਣ ਸਭ ਤੋਂ ਪਹਿਲੀ ਤਾਂ ਇਹ ਹੈ ਕਿ ਉਹਨਾਂ ਨੇ ਸਾਰੀਆਂ ਜਾਤ ਪਾਤ ਨੂੰ, ਜਿਵੇਂ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ, ਜਿਵੇਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ, ਜਿਵੇਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਸਾਰੇ ਆਦਿ ਮਹਾਂਪੁਰਖਾਂ ਨੇ ਵੀ ਇਹ ਕਿਹਾ ਹੈ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਕਰਕੇ ਕਿ ਸਾਰੇ ਹੀ ਅਸੀਂ ਬਰਾਬਰ ਹਾਂ, ਕੋਈ ਜਾਤ ਪਾਤ ਨਹੀਂ ਹੈ। ਉਹਨਾਂ ਨੇ ਐਟਲੀਸਟ 39 ਜਾਤਾਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਹੈ, ਇਹਨਾਂ ਸਾਰਿਆਂ ਲੋਕਾਂ ਨੂੰ ਇਕੱਠੇ ਕੀਤਾ, ਜਾਤ ਪਾਤ ਤੋੜ ਕੇ ਆਦ ਧਰਮ ਲਹਿਰ ਚਲਾਈ, ਜਿਸ ਦੀ ਬਦੌਲਤ ਸਾਡਾ ਜਿਹੜਾ ਅੱਜ ਸਮਾਜ ਹੈ ਉਹ ਖੁਸ਼ੀਆਂ ਭੋਗ ਰਿਹਾ। ਦੇਸ਼ ਦੀ ਆਜ਼ਾਦੀ ਲਈ ਬਾਬੂ ਮੰਗੂ ਰਾਮ ਮੱਗੋਵਾਲੀਆ ਜੀ ਦਾ ਪਾਇਆ ਹੋਇਆ ਜੋ ਯੋਗਦਾਨ ਜਿਹੜਾ ਆ ਉਹ ਸਾਨੂੰ ਅੱਜ ਕੀ ਸੁਨੇਹਾ ਦਿੰਦਾ? ਸਭ ਤੋਂ ਪਹਿਲਾਂ ਤਾਂ ਬਾਊ ਮੰਗੂ ਰਾਮ ਮੱਗੋਵਾਲੀ ਦੀ ਜਿਹੜੀ ਗੱਲ ਤੁਸੀਂ ਪਿਛਲੇ ਸਵਾਲ 'ਚ ਕੀਤੀ ਸੀ, ਡਾਕਟਰ BR ਅੰਬੇਦਕਰ ਜੀ ਇੰਗਲੈਂਡ ਦੇ ਵਿੱਚ ਸਨ, ਮਹਾਤਮਾ ਗਾਂਧੀ ਜੀ ਇੰਗਲੈਂਡ ਦੇ ਵਿੱਚ ਸਨ, ਔਰ ਮਹਾਤਮਾ ਗਾਂਧੀ ਜੀ ਕਹਿੰਦੇ ਸਨ ਕਿ ਇਹ ਜਿਹੜੇ ਪਛੜੇ ਹੈ, ਅਨੁਸੂਚਿਤ ਜਾਤੀ ਹੈ, ਇਹਨਾਂ ਦਾ ਲੀਡਰ ਮੈਂ ਆ, ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਕਹਿੰਦੇ ਸੀ ਮੈਂ ਆ। ਫਿਰ ਮੰਨੇ ਕੌਣ, ਕਿਵੇਂ ਹੋਵੇ? ਤੇ ਬਾਊ ਮੰਗੂ ਰਾਮ ਮੱਗੋਵਾਲੀਆ ਜੀ ਨੇ ਇੱਥੇ ਪੰਜਾਬ ਦੇ ਵਿੱਚੋਂ ਇਤਨੀ ਵੱਡੀ ਗਿਣਤੀ ਵਿੱਚ ਟੈਲੀਗ੍ਰਾਮ ਕਰਵਾਈਆਂ ਕਿ ਅੰਗਰੇਜ਼ਾਂ ਨੂੰ ਇਹ ਮੰਨਣਾ ਪਿਆ ਕਿ ਜੋ ਸਾਡਾ ਲੀਡਰ ਹੈ ਉਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਹੈ। ਇਹ ਬਹੁਤ ਵੱਡੀ ਦੇਣ ਸੀ ਬਾਊ ਮੰਗੂ ਰਾਮ ਮੱਗੋਵਾਲੀਆ ਦੀ, ਜਿਸ ਬਦੌਲਤ ਅੱਜ ਅਸੀਂ ਕਹਿ ਸਕਦੇ ਹਾਂ ਕਿ ਅੱਜ ਅਸੀਂ ਆਜ਼ਾਦੀ ਦਾ ਨੱਕ ਮਾਣ ਰਹੇ ਹਾਂ। ਮੇਰਾ ਆਖਰੀ ਸਵਾਲ ਹੈ, ਬਾਬੂ ਮੰਗੂ ਰਾਮ ਮੱਗੋਵਾਲੀਆ ਜੀ ਦੀ ਜਿਹੜੀ ਪਛੜਿਆ ਦੱਬਿਆ ਕੁਚਲਿਆ ਸਮਾਜ ਆ, ਉਹਨੂੰ ਰਾਜਨੀਤਿਕ ਅਧਿਕਾਰ ਪ੍ਰਾਪਤੀ ਦੀ ਲਹਿਰ ਜਿਹੜੀ ਸੀ, ਕੀ ਅੱਜ ਜਿਹੜੀ ਆ ਉਹਨੂੰ ਉਸ ਲਹਿਰ ਨੂੰ ਮੁੜ ਸ਼ੁਰੂ ਕਰਨ ਦੀ ਲੋੜ ਹੈ? ਬਿਲਕੁਲ ਲੋੜ ਹੈ, ਔਰ ਇਹ ਸ਼ੁਰੂ ਹੋ ਚੁੱਕੀ ਹੈ। ਭਾਵ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਨੇ ਵੇਖਿਆ ਹੋਵੇਗਾ ਕਿ ਪਿੱਛੇ ਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਸਾਡੇ ਬੱਚੇ ਜਿਹੜੇ ਆ ਸਕੂਲਾਂ 'ਚ, ਕਾਲਜਾਂ 'ਚ, ਕਾਲਜ ਔਰ ਪੋਸਟ ਗ੍ਰੈਜੂਏਟ ਜਿਹੜੇ ਕਾਲਜ ਹੈ ਟੈਕਨੀਕਲ, ਉਹਨਾਂ ਦੇ ਵਿੱਚ ਯੂਨੀਵਰਸਿਟੀਆਂ 'ਚ ਦਾਖਲਾ ਨਹੀਂ ਦਿੱਤਾ ਜਾ ਰਿਹਾ। ਬਠਿੰਡੇ ਦੇ ਵਿੱਚ 1650 ਕਾਲਜ ਯੂਨੀਵਰਸਿਟੀਆਂ ਨੇ ਜੈਕ ਨਾਂ ਦੀ ਐਸੋਸੀਏਸ਼ਨ ਬਣਾਈ ਔਰ ਐਲਾਨ ਕਰ ਦਿੱਤਾ ਅਸੀਂ ਸ਼ੂਦਰਾਂ ਦੇ ਬੱਚਿਆਂ ਨੂੰ ਦਾਖਲਾ ਨਹੀਂ ਦੇਵਾਂਗੇ, ਕਿਉਂਕਿ ਸਰਕਾਰ ਨੇ ਸਾਨੂੰ ਪੈਸੇ ਨਹੀਂ ਭੇਜੇ, ਜਿਹੜਾ ਕਿ ਮੌਲਿਕ ਅਧਿਕਾਰ ਹੈ ਸਾਡੇ ਬੱਚਿਆਂ ਦਾ। ਔਰ ਉਸ ਨੂੰ ਮੁੱਖ ਰੱਖ ਕੇ ਸਾਡੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਸੰਤ ਮਹਾਂਪੁਰਖ ਔਰ ਗੁਰੂ ਕਬੀਰ ਮਹਾਰਾਜ ਦੇ ਨਾਮ ਲੈਵਾ ਸੰਤ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਲੈਵਾ ਸੰਤ ਅਤੇ ਸਾਰਿਆਂ ਦੀ ਸੰਗਤ ਨੇ ਇਕੱਠੇ ਹੋ ਕੇ 7 ਅਕਤੂਬਰ ਤੱਕ ਅਲਟੀਮੇਟਮ ਦਿੱਤਾ ਸੀ ਔਰ 10 ਤਰੀਕ ਨੂੰ ਪੰਜਾਬ ਦੇ ਵਿੱਚ ਟ੍ਰੈਫਿਕ ਜਾਮ ਕੀਤੀ ਸੀ, ਜਿਸ ਦੀ ਬਦੌਲਤ ਇਹ ਲੋਕਾਂ ਦੇ ਵਿੱਚ ਸੁਨੇਹਾ ਗਿਆ ਕਿ ਜੇਕਰ ਅਸੀਂ ਇਕੱਠੇ ਹੋ ਕੇ ਚੱਲਾਂਗੇ, ਸਾਰੇ ਦੇ ਬੱਚੇ ਜਿਹੜੇ ਆ ਉਹ ਜਿਹੜਾ ਭਵਿੱਖ ਹੈ ਬੱਚਿਆਂ ਦਾ ਉਹ ਉਜਲ ਹੋ ਸਕਦਾ ਹੈ। ਜੇਕਰ ਅਸੀਂ ਬਾਊ ਮੰਗੂ ਰਾਮ ਦੀ ਮੱਗੋਵਾਲੀ ਦੀ ਗੱਲ ਨਾ ਮੰਨੀ, ਅਸੀਂ ਵੱਖਰੇ ਰਹੇ ਤਾਂ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਹੈ, ਬੱਚਿਆਂ ਦਾ ਫਿਊਚਰ ਹੈ, ਵਿੱਦਿਆ ਉਹ ਸਾਡੇ ਤੋਂ ਖੋਈ ਜਾਏਗੀ ਔਰ ਤਰ੍ਹਾਂ ਦੇ ਜਿਹੜੇ ਸਾਡੇ ਹੱਕ ਹੈ ਉਹ ਸਾਡੇ ਤੋਂ ਖੋਹ ਲਏ ਜਾਣਗੇ। ਇੱਕ ਆਖਰੀ ਸਵਾਲ ਮੈਂ ਹੋਰ ਕਰਦਿਆਂ, ਤੁਹਾਡੇ ਇਸ ਜਵਾਬ ਦਾ ਹੈਗਾ, ਤੁਹਾਡੇ ਇਸ ਥੋੜ੍ਹੇ ਜਿਹੇ ਸੰਘਰਸ਼ ਦੇ ਨਾਲ ਕੇਂਦਰ ਸਰਕਾਰ ਨੇ ਇੱਕ ਗ੍ਰਾਂਟ ਜਾਰੀ ਕੀਤੀ ਆ। ਵੈਸੇ ਤਾਂ ਉਹ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ, ਲੇਕਿਨ ਉਸ ਸੰਘਰਸ਼ ਤੋਂ ਬਾਅਦ ਕੇਂਦਰ ਨੇ ਇੱਕ ਗ੍ਰਾਂਟ ਜਾਰੀ ਕਰ ਦਿੱਤੀ ਆ। ਕਿ ਜੇ ਇਹ ਇਸ ਪੱਧਰ ਦੇ ਉੱਤੇ ਵੱਡਾ ਸੰਘਰਸ਼ ਵਿੱਢਿਆ ਜਾਂਦਾ ਤਾਂ ਫਿਰ ਉਹਦੇ ਸਿੱਟੇ ਕੀ ਨਿਕਲਣਗੇ? ਇਹ ਸੰਘਰਸ਼ ਵੱਡਾ
ਔਰ ਲਗਾਤਾਰ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜਾ ਸੈਂਟਰ ਨੇ ਵੀ ਕੁਝ ਕੀਤਾ ਹੈ ਜਾਂ ਪੰਜਾਬ ਨੇ ਵੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਣਾਈ ਹੈ, ਇਹ ਸਿਰਫ ਬਣਾਈਆਂ ਹੀ ਹੈ, ਇਹ ਲਾਗੂ ਤਾਂ ਰਹਿ ਸਕਦੀਆਂ ਹੈ। ਇਹਦਾ ਇੱਕ ਪੀਰੀਅਡ ਬਹੁਤ ਛੋਟਾ ਜਿਹਾ ਪੀਰੀਅਡ ਰੱਖ ਲੈਂਦੇ ਆ ਔਰ ਸਾਨੂੰ ਚੁੱਪ ਕਰਾ ਦਿੰਦੇ ਆ। ਸਾਨੂੰ ਇਹ ਸੰਘਰਸ਼ ਵੀ ਵੱਡਾ ਕਰਨਾ ਚਾਹੀਦਾ ਹੈ ਔਰ ਲਗਾਤਾਰ ਇਹ ਸੰਘਰਸ਼ ਕਰਦੇ ਰਹਿਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਬਰਕਰਾਰ ਰੱਖ ਸਕੀਏ, ਉਜਲ ਬਣਾ ਸਕੀਏ। ਸਾਡੇ ਨਾਲ ਮੌਜੂਦ ਨੇ ਆਲ ਇੰਡੀਆ ਆਦਿ ਧਰਮ ਮਿਸ਼ਨ ਸੰਤ ਸਮਾਜ ਦੇ ਜਿਹੜੇ ਮੁਖੀ ਨੇ ਸੰਤ ਸਰਵਣ ਦਾਸ ਜੀ। ਸੰਤ ਕਿ ਜਾਤ ਪਾਤ ਦੇ ਨਾਸ਼ ਲਈ ਗੁਰੂ ਰਵਿਦਾਸ ਜੀ ਨੇ ਸਾਨੂੰ ਕੀ ਰਾਹ ਵਿਖਾਇਆ? ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਸਥਾਨ ਚਰਨ ਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ੍ਰੀ ਖੁਰਾਗੜ੍ਹ ਸਾਹਿਬ, ਜਿੱਥੇ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜ 4 ਸਾਲ 2 ਮਹੀਨੇ 11 ਦਿਨ ਭਰਮਾਂ ਵਿੱਚ ਭੁੱਲੀ ਲੋਕਾਈ ਨੂੰ ਜਾਤਾਂ ਪਾਤਾਂ ਨੂੰ ਮਿਟਾ ਕੇ ਸਤ ਸੰਗਤ ਮਿਲ ਰਹੀ ਹੈ ਮਾਧੋ। ਸਤ ਸੰਗਤ ਦੀ ਪਰਿਭਾਸ਼ਾ ਦਿੰਦੇ ਹੋਏ ਸੰਗਤਾਂ ਨੂੰ ਬੇਗਮਪੁਰਾ ਦਾ ਰਾਹ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰ ਸੁਮੀਤ ਹਮਾਰਾ ਦਾ ਉਪਦੇਸ਼ ਦਿੱਤਾ ਅਤੇ ਸੰਗਤ ਰੂਪ ਹੋ ਕੇ ਸੰਸਾਰ ਵਿਸ਼ਵ ਨੂੰ ਇੱਕ ਪਰਿਵਾਰ ਦੀ ਪਰਿਭਾਸ਼ਾ ਦਿੱਤੀ। ਸਤਿਗੁਰਾਂ ਦੇ ਵਚਨ ਹਨ, ਸਾਧੂ ਕੀ ਦਿਓ ਲੇ ਓਟ ਤੇਰੇ ਮਿਟੈ ਪਾਪ ਸਭ ਕੋਟ ਕੋਟ, ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ, ਬ੍ਰਾਹਮਣ ਬੈ ਸੂਦਰ ਖੱਤਰੀ ਡੂਮ ਚੰਡਾਲ ਮਲੀਸ਼ ਮਨ ਸੋਏ, ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰੇ ਕੁਲ ਦੋਏ। ਪਾਤਸ਼ਾਹ ਨੇ ਨਿਰਣਾ ਦਿੱਤਾ ਕਿ ਜਾਤ ਕਰਕੇ ਕੋਈ ਵੀ ਵੱਡਾ ਨਹੀਂ। ਇਸੇ ਨੂੰ ਮੁੱਖ ਰੱਖਦਿਆਂ ਸਾਹਿਬ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਬਚਨ ਆਖੇ ਨੇ, ਵਾ ਅਵਸਰ ਕਹਿ ਹੋਂ ਬਲ ਜਾਈ, 8 ਪਹਿਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ, ਭਲੋ ਕਬੀਰ ਦਾਸ ਦਾਸਨ ਕੋ ਉਤਮ ਸੈਨ ਜਨ ਨਾਈ, ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕਰ ਬਣਾਈ। ਤੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਨੇ ਜਾਤ ਪਾਤ ਨੂੰ ਮਿਟਾ ਕੇ ਭਗਵਾਨ ਦਾ ਰੂਪ ਹੋ ਕੇ ਆਪ ਪ੍ਰਗਟ ਹੋਏ, ਜਿਨ੍ਹਾਂ ਨੂੰ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਤਾਂ ਇੱਥੋਂ ਤੱਕ ਕਹਿ ਦਿੱਤਾ, ਠਾਕੁਰ ਐਸੋ ਨਾਮ ਤੁਹਾਰੋ, ਠਾਕੁਰ ਐਸੋ ਨਾਮ ਤੁਹਾਰੂ। ਪਰਮੇਸ਼ਰ ਦੇ ਨਾਮ ਦੀ ਐਸੀ ਕਿਰਪਾ ਹੈ ਜਿਸ ਨੂੰ ਪਾਤਸ਼ਾਹ ਨੇ ਆਪਣੇ ਬਚਨਾਂ ਵਿੱਚ ਕਲੀਅਰ ਕਰ ਦਿੱਤਾ ਕਿ ਪਾਤਸ਼ਾਹ ਬਚਨ ਕਰਦੇ, ਪਤਤ ਪਵਿੱਤਰ ਲੀਏ ਘਰ ਆਪਣੇ, ਜਿਨ੍ਹਾਂ ਨੂੰ ਦੁਨੀਆ ਅਪਵਿੱਤਰ ਕਹਿੰਦੀ ਸੀ, ਛੋਟ ਕਹਿੰਦੀ ਸੀ, ਨੀਚ ਜਾਤ ਕਹਿੰਦੇ ਸੀ, ਉਹਨਾਂ ਨੂੰ ਪਰਮੇਸ਼ਰ ਨੇ ਪਵਿੱਤਰ ਕਰਕੇ ਆਪਣੇ ਬਣਾ ਲਿਆ। ਪਤਤ ਪਵਿੱਤਰ ਲੀਏ ਘਰ ਆਪਣੇ, ਸਗਲ ਕਰਤ ਨਮਸਕਾਰੋ, ਵਰਨ ਜਾਤ ਕੋਈ ਪੁੱਛੈ ਨਾਹੀ, ਬਾਛੈ ਚਰਨ ਰਵਾਰੋ, ਠਾਕੁਰ ਐਸੋ ਨਾਮ ਤੁਹਾਰੋ। ਸਾਧ ਸੰਗ ਕੋ ਘਣੀ ਕਹੀਜੈ, ਹਰ ਕੀਰਤਨ ਆਧਾਰੋ, ਨਾਮਦੇਵ ਤਰਲੋਚਨ ਕਬੀਰ ਦਾਸਰੂ, ਮੁਕਤ ਭਇਓ ਚਮਿਆਰੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਤਿਗੁਰੂ ਦੀ ਐਸੀ ਉਪਮਾ ਕੀਤੀ ਅਤੇ ਸਤਿਗੁਰਾਂ ਜਿਨ੍ਹਾਂ ਨੇ ਜਾਤ ਪਾਤ ਨੂੰ ਤੋੜਿਆ ਅਤੇ ਅੱਜ ਸੱਚਾ ਤੁਧ ਤਖਤ ਵੱਡਾ ਤੁਧ ਦਰਬਾਰ, ਸਿਰ ਛਾਹਾਂ ਪਾਤਸ਼ਾਹ ਸਿਰ ਚੌਰ ਛੱਤ। ਸ੍ਰੀ ਦਰਬਾਰ ਸਾਹਿਬ ਰੋਜ਼ਾਨਾ ਸਾਹਿਬ ਜੀ ਦੀ ਆਰਤੀ ਅਤੇ ਸਾਹਿਬ ਦੀ ਪਾਵਨ ਬਾਣੀ ਦਾ ਪ੍ਰਚਾਰ ਅੱਜ ਸਾਡੇ ਸਾਹਮਣੇ ਆ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੀਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੱਜ ਬਾਣੀ ਦੇ ਰੂਪ ਅੰਦਰ ਸਾਹਿਬ ਸਤਿਗੁਰੂ ਗੁਰੂ ਦਾਸ ਮਹਾਰਾਜ ਗੁਰੂਆਂ ਦੇ ਰੂਪ ਅੰਦਰ ਅੱਜ ਪ੍ਰਗਟ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਨਾਨਕ ਗੁਪਤ ਵਰਤਦਾ ਪ੍ਰਗਟ ਸੰਤ ਜਨਾ, ਅੱਜ ਪ੍ਰਗਟ ਸਾਡੇ ਸਾਹਮਣੇ ਆ। ਅਤੇ ਅੱਜ ਦੁਨੀਆ 'ਤੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਸਤਿਗੁਰਾਂ ਦੀ ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਕਿ ਜਾਤ ਪਾਤ ਨੂੰ ਮਿਟਾ ਕੇ ਉਹੀ ਸਤਿਗੁਰੂ ਗੁਰੂ ਦਾਸ ਜੀ ਦੀ ਬਾਣੀ ਦੀ ਪਰਿਭਾਸ਼ਾ, ਸਾਧੂ ਕੀ ਜੋ ਲੇਉਟ ਤੇਰੇ ਮਿਟੈ ਪਾਪ ਸਭ ਕੋਟ ਕੋਟ, ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕੰਮ। ਜਿਹੜਾ ਨਾਮ ਜਪਦਾ ਉਹਦੀ ਜਾਤ ਵੀ ਮਿਟ ਜਾਂਦੀ ਆ। ਅਤੇ ਸਤਿਗੁਰੂ ਗੁਰਦਾਸ ਜੀ ਆਪਣੀ ਬਾਣੀ ਵਿੱਚ ਨਿਰਣਾ ਦੇ ਦਿੱਤਾ, ਮੇਟੀ ਜਾਤ ਹੂਏ ਦਰਬਾਰ, ਤੂੰ ਹੀ ਮੁਕੰਦ ਜੋਗ ਜੁਗ ਤਾਰ, ਉਪਜਿਓ ਗਿਆਨ ਹੂਆ ਪ੍ਰਗਾਸ, ਉਪਜਿਓ ਗਿਆਨ ਹੂਆ ਪ੍ਰਗਾਸ, ਕਰ ਕਿਰਪਾ ਲੀਨੇ ਕੀਟ ਦਾਸ, ਕਹੁ ਰਵਿਦਾਸ ਅਬ ਤ੍ਰਿਸ਼ਨਾ ਚੁਕੇ, ਜਪ ਮੁਕੰਦ ਸੇਵਾ ਤਾਹੋਂ ਕੀ। ਉਹੀ ਵਿਦਿਆ ਉਹੀ ਨਾਮ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਹਿਰਦੇ ਵਿੱਚ ਪ੍ਰਗਟ ਹੋਇਆ ਅਤੇ ਸਿੰਬਲ ਆਫ ਨੌਲੇਜ ਬਣ ਕੇ ਅੱਜ ਦੁਨੀਆ 'ਤੇ ਪ੍ਰਗਟਿਆ। ਅਤੇ ਗੁਰੂ ਦਾਸ ਜੀ ਦੀ ਉਹ ਮਟਾਈ ਹੋਈ ਜਾਤ ਪਾਤ ਬਾਣੀ ਸ਼ਬਦ ਹੈ। ਸ਼ਬਦ ਦੇ ਚਰਨਾਂ ਵਿੱਚ ਜੁੜ ਕਰਕੇ ਆਪਾਂ ਨੇ ਜਾਤ ਪਾਤ ਨੂੰ ਮਿਟਾ ਕੇ ਗੁਰੂ ਸਤਿਗੁਰੂ ਦਾਸ ਜੀ ਮਹਾਰਾਜ ਦਾ ਉਪਦੇਸ਼ ਗ੍ਰਹਿਣ ਕਰਨਾ। ਸਮੂਹ ਸੰਗਤਾਂ ਦਾ ਧੰਨਵਾਦ ਅਤੇ ਨਵੇਂ ਸਾਲ ਦੀ ਲੱਖ ਲੱਖ ਵਧਾਈ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਸਾਡੇ ਨਾਲ ਮੌਜੂਦ ਨੇ ਧਾਰਮਿਕ ਸਥਾਨ ਇਸ ਦੇ ਮੁਖੀ ਸੰਤ ਸੁਰਿੰਦਰ ਦਾਸ ਜੀ। ਸੰਤ ਸੁਰਿੰਦਰ ਦਾਸ ਜੀ ਤੋਂ ਵੀ ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਇਹ ਇਤਿਹਾਸਕ ਸਥਾਨ ਹੈ, ਗੁਰੂ ਰਵਿਦਾਸ ਜੀ ਕਦੋਂ ਇੱਥੇ ਆਏ, ਕਿੰਨਾ ਸਮਾਂ ਰਹੇ, ਉਸ ਤੋਂ ਬਾਅਦ ਸਰਕਾਰਾਂ ਦੀ ਕੀ ਭੂਮਿਕਾ ਰਹੀ ਹੈ ਇਸ ਸਥਾਨ ਦੇ ਬਾਰੇ 'ਚ? ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ,
ਇਹਦੀ ਜਿਹੜੇ ਆਲ ਇੰਡੀਆ ਆਰਥ ਧਰਮ ਮਿਸ਼ਨ ਦੀ ਜਿਹੜੀ ਖੋਜ ਦੇ ਮੁਤਾਬਕ, ਜਿਹਦੇ ਫਾਊਂਡਰ ਬਾਬਾ ਬੰਤਾ ਰਾਮ ਘੇੜਾ ਸੀਗੇ, ਉਹਨਾਂ ਦੇ ਮੁਤਾਬਕ ਜਿਹੜੀ ਉਹਨਾਂ ਨੂੰ ਮਿਲੇ ਹੈ, ਤੱਥ ਮਿਲੇ ਹੈ, ਕਾਗਜ਼ ਮਿਲੇ ਹੈ, 1515 ਈਸਵੀ 'ਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਜਗ੍ਹਾ 'ਤੇ ਆਏ ਹੈ। ਔਰ ਇਸ ਜਗ੍ਹਾ ਦੇ ਉੱਤੇ ਆ ਕੇ 29 ਮਈ ਨੂੰ ਜਦੋਂ ਇਹਦੀ ਖੋਜ ਹੋਈ ਹੈ, ਇਹ ਸਾਡੇ ਪੰਜਾਬ ਲਈ, ਸਾਡੇ ਦੇਸ਼ ਵਾਸੀਆਂ ਲਈ ਬਹੁਤ ਹੀ ਇੱਕ ਸੁਭਾਗਾ ਦਿਨ ਸੀਗੀ। 29 ਮਈ ਨੂੰ 83 ਨੂੰ ਖੋਜ ਹੋਈ ਔਰ ਪਹਿਲਾ ਜਿਹੜਾ ਮੇਲਾ ਹੈ ਇਸ ਜਗ੍ਹਾ ਦੇ ਉੱਤੇ ਉਹ ਲੱਗਾ ਹੈਗਾ ਜੂਨ 23, 24, 25 ਦਾ। ਔਰ ਇਸ ਕਰਕੇ ਇਸ ਜਗ੍ਹਾ ਦੇ ਉੱਤੇ ਅੱਜ ਜਿਸ ਤਰ੍ਹਾਂ ਵੱਡੇ ਪੈਮਾਨੇ ਦੇ ਵਿੱਚ ਸੰਗਤਾਂ ਆ ਰਹੀਆਂ, ਔਰ ਸਾਡਾ ਇਹ ਖਿਆਲ ਹੈ ਵੀ ਇਸ ਜਗ੍ਹਾ ਨੂੰ, ਜਿਸ ਜਗ੍ਹਾ 'ਤੇ ਅੱਜ ਅਸੀਂ ਬੈਠੇ ਹਾਂ, ਚਰਨ ਛੋਹ ਗੰਗਾ ਧਰਤੀ ਹੈ, ਇਹ ਜਿਹੜੀ ਜਗ੍ਹਾ ਹੈ, ਇਸ ਜਗ੍ਹਾ ਨੂੰ ਮਾਨਯੋਗ ਸੰਤ ਲਾਲਾ ਮਹਿੰਦਰਪਾਲ ਚੁੰਬਰ ਮੀਰਪੁਰ ਜੱਟਾਂ ਵਾਲਿਆਂ ਨੇ ਇਸ ਜਗ੍ਹਾ ਨੂੰ ਆਪਣੀ ਮਿਹਨਤ ਨੇਕ ਕਮਾਈ ਦੇ ਨਾਲ ਖਰੀਦਿਆ। ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਵਿਚਾਰਧਾਰਾ ਹੈ, ਉਹ ਵਿਚਾਰਧਾਰਾ ਸੀ ਆਪਣੇ ਹੱਥੀਂ ਕਿਰਤ ਕਰਨੀ, ਕਿਰਤ ਕਰਕੇ ਸਭ ਨੂੰ ਬਰਾਬਰ ਦਾ ਜਿਸ ਤਰ੍ਹਾਂ ਹਿੱਸੇਦਾਰੀ ਹੈ, ਜਿਸ ਤਰ੍ਹਾਂ ਉਹਨਾਂ ਦਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਕਿਹਾ ਹੈ, ਸਮਾਨਤਾ, ਭਾਈਚਾਰਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਉਹ ਵਿਚਾਰਧਾਰਾ ਜਿਹੜੀ ਗੁਰੂ ਰਵਿਦਾਸ ਜੀ ਦੀ, ਉਸ ਵਿਚਾਰਧਾਰਾ ਨੂੰ ਲਾਲਾ ਮਹਿੰਦਰਪਾਲ ਚੁੰਬਰ ਨੇ ਅਪਣਾ ਕੇ ਇਸ ਜ਼ਮੀਨ ਨੂੰ ਖਰੀਦਿਆ। ਔਰ ਅੱਜ ਉਸ ਜ਼ਮੀਨ ਦੇ ਉੱਤੇ ਵੱਡੀ ਤਾਦਾਦ ਦੇ ਉੱਤੇ ਅੱਜ ਜਿਸ ਤਰ੍ਹਾਂ ਨਵਾਂ ਸਾਲ ਹੈ, ਇੰਨੀ ਸੰਗਤ ਆਈ ਹੋਈ ਹੈ, ਪਿਛਲੇ ਸਾਲ ਤੋਂ ਲਗਭਗ ਮੈਨੂੰ ਇਹ ਲੱਗਦਾ ਵੀ 5 ਗੁਣਾ ਜ਼ਿਆਦਾ ਹੋ ਸਕਦੀ ਹੈ। ਸਾਡੇ ਜਿਹੜੇ ਪ੍ਰਬੰਧ ਹੈ ਉਹ ਇਸ ਸੰਗਤ ਨੂੰ, ਜਿਸ ਤਰ੍ਹਾਂ ਸੰਗਤ ਨੂੰ ਚਾਹੀਦੇ ਸੀ, ਉਹ ਸੰਗਤ ਦੇ ਸਾਡੇ ਪ੍ਰਬੰਧ ਥੋੜ੍ਹੇ ਰਹੇ ਆ, ਸੰਗਤ ਬਹੁਤ ਜ਼ਿਆਦਾ ਹੈ, ਸਾਡੀ ਆਸ ਤੋਂ ਜ਼ਿਆਦਾ ਹੈ। ਪਰ ਇੱਕ ਤੁਹਾਡੇ ਮਾਧਿਅਮ ਤੋਂ, TV ਮਾਧਿਅਮ ਤੋਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ ਵੀ ਔਰ ਸਰਕਾਰ ਨੂੰ ਵੀ, ਕਿ ਲਗਭਗ 10 ਸਾਲ ਹੋ ਗਏ ਆ ਸਾਨੂੰ ਐਪਲੀਕੇਸ਼ਨਾਂ ਦਿੱਤੀਆਂ ਨੂੰ। ਇਸ ਵਾਰ ਰਜਿਸਟਰੀਆਂ ਕਰਕੇ ਵੀ ਦਿੱਤੀਆਂ। ਇੱਥੇ ਪਾਣੀ ਦੀ ਬੜੀ ਘਾਟ ਹੈ। ਸਤਿਗੁਰੂ ਰਵਿਦਾਸ ਮਹਾਰਾਜ ਨੇ ਚਰਨ ਛੋਹ ਗੰਗਾ ਚਲਾਈ ਹੈ। ਜਦੋਂ ਸੰਗਤ ਵੱਡੇ ਪੈਮਾਨੇ 'ਤੇ ਆਉਂਦੀ ਆ ਤੇ ਜਲ ਦੀ ਘਾਟ ਹੋ ਜਾਂਦੀ ਹੈ, ਤਾਂ ਇਸ ਕਰਕੇ ਟਿਊਬਵੈੱਲ ਹਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਲਾਇਆ। ਚਾਹੇ ਉਹ ਅਕਾਲੀ ਸਰਕਾਰ ਦੀ ਸਰਕਾਰ ਆਈ ਹੈ, ਚਾਹੇ ਮੌਜੂਦਾ ਹੁਣ ਸਰਕਾਰ ਹੈ, ਉਹਦੀ ਸਰਕਾਰ ਹੈ। ਸੋ ਇਸ ਕਰਕੇ ਇਹ ਜਿਹੜਾ ਸਾਡੇ ਨਾਲ ਅਨਿਆਏ ਹੋ ਰਿਹਾ ਹੈ, ਅਸੀਂ ਸਮਝਦੇ ਹਾਂ ਵੀ ਇਹ ਨਹੀਂ ਹੋਣਾ ਚਾਹੀਦਾ। ਜਦਕਿ ਟਿਊਬਵੈੱਲ ਜਿਹੜਾ ਪਾਣੀ ਹੈ, ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਮੁਤਾਬਕ, ਸਤਿਗੁਰੂ ਨਾਨਕ ਦੇਵ ਦੀ ਬਾਣੀ ਦੇ ਮੁਤਾਬਕ ਇਹ ਜਿਹੜੀ ਸਾਡੇ ਨਾਲ ਦੁਫਰਕਾ ਹੋ ਰਿਹਾ ਹੈ, ਇਹ ਨਿੰਦਣਯੋਗ ਹੈ। ਅਸੀਂ ਚਾਹੁੰਦੇ ਹਾਂ ਵੀ ਇਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਸਭ ਸਮਾਨਤਾ, ਬਰਾਬਰਤਾ, ਭਾਈਚਾਰੇ ਦੀ ਜਿਹੜੀ ਗੱਲ ਹੈ ਉਹ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ। ਤਾਂ ਸਾਰੀ ਸੰਗਤ ਨੂੰ ਇਹ ਬੇਨਤੀ ਹੈ, ਅਪੀਲ ਹੈ, ਇਸ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਜੋ ਜਲ ਹੈ, ਟਿਊਬਵੈੱਲ ਹੈ, ਉਹ ਲੱਗਣਾ ਚਾਹੀਦਾ ਹੈ। ਇਹੀ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਔਰ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ। ਮੇਰਾ ਆਖਰੀ ਸਵਾਲ ਹੈ ਤੁਹਾਡੇ ਲਈ, ਤੁਸੀਂ ਜ਼ਮੀਨ ਦੀ ਗੱਲ ਕੀਤੀ ਆ, ਤੇ ਕੁੱਲ ਇੱਥੇ ਲਈ ਡੇਰੇ ਜਿਹੜੀ ਹੈਗੀ ਆ, ਕਿੰਨੀ ਜ਼ਮੀਨ ਆ, ਤੇ ਅੱਗੇ ਕੀ ਬਣਾਇਆ, ਤੇ ਅੱਗੇ ਕੀ ਕੀ ਕਰਨ ਦਾ ਜਿਹੜਾ ਤੁਹਾਡਾ ਟੀਚਾ ਹੈਗਾ? ਇਹ ਲਗਭਗ ਜ਼ਮੀਨ ਜਿਹੜੀ ਹੈ 40 ਕਿੱਲੇ ਦੇ ਕਰੀਬ ਹੈ, ਜਿਹੜੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਹੈ। ਹੋਰ ਵੀ ਜਿਹੜੀ ਜ਼ਮੀਨ ਹੈ, ਜਿਸ ਤਰ੍ਹਾਂ ਖੁਰਾਲਗੜ੍ਹ ਹੈ, ਉਸ ਤੋਂ ਉੱਤੇ ਜਿਹੜੀ ਜ਼ਮੀਨ ਹੈ 6 ਕਿੱਲੇ ਹੋਰ ਜ਼ਮੀਨ ਹੈ ਲਾਲਾ ਮਹਿੰਦਰਪਾਲ ਚੁੰਬਰ ਨੇ ਜਿਹੜੀ ਲਈ ਹੈ, ਜਿਹੜੀ ਆਲ ਇੰਡੀਆ ਆਰਥ ਧਰਮ ਮਿਸ਼ਨ ਦੇ ਨਾਂ 'ਤੇ ਹੈ ਔਰ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਹੈ। ਔਰ ਜਦੋਂ ਇਹ ਬਣਦੀ ਹੈ ਲਗਭਗ 46 ਜਾਂ 47 ਕਿੱਲੇ ਜ਼ਮੀਨ ਬਣ ਜਾਂਦੀ ਹੈ। ਅਸੀਂ ਇੱਥੇ ਜਿਹੜਾ ਪ੍ਰੋਗਰਾਮ ਹੈ, ਆਲ ਇੰਡੀਆ ਆਰਥ ਧਰਮ ਮਿਸ਼ਨ ਦੀ ਜਿਹੜੀ ਵਿਚਾਰਧਾਰਾ ਲਈ ਹੈ, ਉਹ ਸਤਿਗੁਰੂ ਮਹਾਰਾਜ ਦੀ ਜਿਹੜੀ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਹੈ, ਉਹ ਵਿਚਾਰਧਾਰਾ ਜਿਸ ਤਰ੍ਹਾਂ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਹੁਕਮ ਕੀਤਾ ਹੈ, ਸਾਨੂੰ ਫਰਮਾਇਆ ਹੈ, ਮਾਧੋ ਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ, ਵੀ ਬਿਨਾਂ ਪੜ੍ਹਾਈ ਤੋਂ ਜਿਹੜਾ ਹੈ ਇਨਸਾਨ ਅਧੂਰਾ ਹੈ। ਅਸੀਂ ਚਾਹੁੰਦੇ ਹਾਂ ਵੀ ਸਾਡੇ ਸਮਾਜ ਨੂੰ ਇੱਥੇ ਜਿਹੜੇ ਕਾਲਜ ਬਣਨ, ਇੱਥੇ IT ਬਣੇ, ਔਰ ਇੱਥੇ ਜਿਹੜਾ ਐਜੂਕੇਸ਼ਨ ਦਾ ਅਦਾਰਾ ਹੈ ਬਹੁਤ ਵੱਡੇ ਪੈਮਾਨੇ 'ਤੇ ਬਣ ਕੇ ਇੱਥੋਂ ਜਿਹੜੇ ਸਾਡੇ ਜਿਸ ਤਰ੍ਹਾਂ ਕੇਰਲਾ ਹੈ, ਬੰਗਾਲ ਹੈ, ਜਿਹੜੇ ਉੱਥੇ ਦੇ ਨੌਜਵਾਨ ਹੈ ਐਜੂਕੇਟਡ ਹੈ। ਅਸੀਂ ਵੀ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਸਾਡੇ ਇਸ ਪੰਜਾਬ ਦੇ 'ਚ ਇਹ ਧਰਤੀ ਇਹੋ ਜਿਹੀ ਹੈ ਜਿੱਥੇ ਵੱਡੇ ਅਦਾਰੇ ਪੜ੍ਹਾਈ ਦੇ ਬਣਨ ਔਰ ਸਾਡੇ ਜਿਹੜੇ ਨੌਜਵਾਨ ਬੱਚੇ ਹੈ ਐਜੂਕੇਟ ਹੋ ਕੇ ਭਾਰਤ ਦੀ ਸੇਵਾ ਕਰ ਸਕਣ। ਮੌਜੂਦ ਨੇ ਮਨਜੀਤ ਸਿੰਘ ਜੀ, ਜੋ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਪੋਤਰੇ ਨੇ। ਇਹਨਾਂ ਤੋਂ ਜਾਣਾਂਗੇ। ਮਨਜੀਤ ਜੀ, ਤੁਹਾਡਾ ਅਜੀਤ ਵੈਬ TV 'ਤੇ ਸਵਾਗਤ ਹੈ। ਤੇ ਇਹ ਜਾਣਕਾਰੀ ਦਿਓ ਵੀ ਸਰਕਾਰ ਨੇ ਤੁਹਾਡੇ ਪਰਿਵਾਰ ਦੇ ਲਈ ਕੀ ਕੀਤਾ ਤੇ ਤੁਸੀਂ ਕੀ ਮੰਗ ਕਰਦੇ ਹੋ?
ਹੁਣ ਤੱਕ ਤਾਂ ਸਰਕਾਰ ਦਾ ਸਾਡੇ ਪ੍ਰਤੀ ਰਵੱਈਆ ਬਿਲਕੁਲ ਜ਼ੀਰੋ ਹੈ। ਉਹਨਾਂ ਨੇ ਕੁਝ ਨਹੀਂ ਕੀਤਾ ਸਾਡੇ ਪਰਿਵਾਰ ਲਈ। ਪਰ ਸਾਡੇ ਵੱਲੋਂ ਇਹ ਮੰਗ ਹੈ ਕਿ ਜੋ ਬਜ਼ੁਰਗਾਂ ਨੇ ਸਾਡੇ ਨੇ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਨੇ ਕੀਤਾ, ਉਹਨਾਂ ਦੀ ਯਾਦ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਕੋਈ ਸਮਾਰਕ ਬਣੇ ਜਾਂ ਕਿਸੇ ਰੋਡ ਹੈ ਉਹਦਾ ਉਹਨਾਂ ਦੇ ਨਾਂ ਦੇ ਉੱਤੇ ਨਾਮ ਰੱਖਿਆ ਜਾਵੇ, ਜਾਂ ਕੋਈ ਉਹਨਾਂ ਦੇ ਨਾਮ ਦੇ ਉੱਤੇ ਸੰਸਥਾ ਜਾਂ ਯੂਨੀਵਰਸਿਟੀ ਜਾਂ ਕੁਝ ਵੀ ਇਹੋ ਜਿਹਾ ਕਾਲਜ ਖੋਲ੍ਹਿਆ ਜਾਵੇ ਜੀ। ਗੁਰੂ ਰਵਿਦਾਸ ਮਹਾਰਾਜ ਨੇ ਆਪਣੇ ਸਮੇਂ ਦੇ ਵਿੱਚ ਜੋ ਇੱਕ ਕ੍ਰਾਂਤੀਕਾਰੀ ਕੰਮ ਕੀਤਾ, ਦੁਨੀਆ ਦੇ ਵਿੱਚੋਂ ਨਫ਼ਰਤ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਫ਼ਰਤ ਖਤਮ ਕੀਤੀ। आपने भी वही काम करना है, बस आपने वही काम करना है। किस तरह गुरु रविदास महाराज जी के पाए हुए पूर्णिया कल्ले कल्ले बच्चे बच्चे तक पहुँचा के इन्ने बड़े बड़े परोपकार महापुरुष संत कर रहे हैं, इन्हों का साथ दे के आप गुरु रविदास महाराज की तरह 4000 किलोमीटर नहीं तुर सकते। आप शायद गुरु रविदास महाराज जी की तरह गंगा प्रगट नहीं कर सकते, पर हाँ जो उन्होंने किया वो प्रचार जरूर कर सकते हैं। उस प्रचार को दुनिया तक पहुँचाने वास्ते आप महापुरुषों की संतां की मदद जरूर कर सकते हैं। जेड़ा फलसफा गुरु नानक साहब महाराज ने दुनिया को दिता, नाम जपो, किरत करो, वंड के छको। अज आप नाम जपण के साधन महापुरुषों ने तैयार करते, एक किश्ती तैयार करती है, बोट तैयार करती, एहसान तैयार हो रहा है। आप सारे किरत करने वास्ते ओपन सद्दा देता महापुरुषों ने। ਸਾਡੇ ਨਾਲ ਮੌਜੂਦ ਨੇ ਇਸ ਵੇਲੇ ਗਿਆਨ ਚੰਦ ਦੀਵਾਲੀ ਜੀ, ਜਿਹੜੇ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਐਸਸੀ ਕਮਿਸ਼ਨ ਦੇ ਮੈਂਬਰ ਨੇ। ਇਹਨਾਂ ਕੋਲੋਂ ਜਾਣਨਾ ਚਾਹਾਂਗੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਮੋਸਟਲੀ ਅਤਿਆਚਾਰ ਤਾਂ ਜਿਹੜੇ ਹੈਗੇ ਆ ਉਹ ਅਪਰ ਕਾਸਟ ਦੇ ਲੋਕਾਂ ਵੱਲੋਂ ਸ਼ਡਿਊਲਡ ਕਾਸਟ ਦੇ ਲੋਕਾਂ ਨੂੰ ਸਮਾਜਿਕ ਤੌਰ ਤੇ ਨੀਵੇਂ ਦਿਖਾਉਣਦੇ ਆ। ਔਰ ਇਹਦੇ ਵਿੱਚ ਜਦੋਂ ਇਹ ਸਾਹਮਣੇ ਗੱਲ ਸਾਬਤ ਹੋ ਜਾਂਦੀ ਹੈ ਕਿ ਉੱਚ ਵਰਗ ਦੇ ਲੋਕਾਂ ਨੇ ਸ਼ਡਿਊਲਡ ਕਾਸਟ ਦੇ ਲੋਕਾਂ ਨੂੰ ਸਮਾਜਿਕ ਤੌਰ ਤੇ ਨੀਵਾਂ ਸਮਝਦੇ ਹੋਇਆ ਉਹਨਾਂ ਤੇ ਅਤਿਆਚਾਰ ਕੀਤਾ, ਤਾਂ ਉਹ ਅਤਿਆਚਾਰ ਸਾਬਤ ਹੋਣ ਤੋਂ ਬਾਅਦ ਵੱਖ-ਵੱਖ ਜੁਰਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਮੁਆਵਜ਼ਾ ਮਿਲਦਾ, ਜਿਹੜਾ 85,000 ਤੋਂ ਸ਼ੁਰੂ ਹੋ ਕੇ 8.25 ਲੱਖ ਰੁਪਏ ਤੱਕ ਜਾਂਦਾ। ਔਰ ਉਹ ਪੀੜਤ ਨੂੰ ਮਿਲਦਾ ਵੱਖ-ਵੱਖ ਸਟੇਜ ਦੇ ਉੱਤੋਂ। ਜਿਵੇਂ ਕੋਈ ਕਤਲ ਹੋ ਜਾਂਦਾ, ਉਹਦੇ ਵਿੱਚ 4.25 ਲੱਖ ਰੁਪਈਆ ਜਿਹੜਾ ਆ ਉਹ ਫਸਟ ਸਟੇਜ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ, ਔਰ 50% ਜਿਹੜਾ ਜਦੋਂ ਚਾਰਜ ਸ਼ੀਟ ਜਿਹੜੀ ਆ ਉਹ ਦਾਖਲ ਹੋ ਜਾਂਦੀ ਅਦਾਲਤ ਵਿੱਚ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਕੇਸਾਂ ਦੇ ਵਿੱਚ ਹੈਗੇ ਆ ਉਹ 25% ਪਹਿਲਾਂ 50% ਚਾਰਜ ਸ਼ੀਟ ਹੋਣ ਤੋਂ ਔਰ 25% ਜਿਹੜੀ ਆ ਉਹ ਦੋਸ਼ੀ ਨੂੰ ਹੇਠਲੀ ਅਦਾਲਤ ਵੱਲੋਂ ਜਦੋਂ ਸਜ਼ਾ ਸੁਣਾਈ ਜਾਂਦੀ ਆ ਉਦੋਂ ਮਿਲਦਾ। ਇਹਦੀਆਂ ਵੱਖਰੇ ਵੱਖਰੇ ਕਿਸਮ ਦੇ ਵੱਖਰੇ ਵੱਖਰੇ ਕਿਸ ਤਰ੍ਹਾਂ ਦੇ ਹੈਗੇ ਆ। ਕਿਤੇ 50% ਪਹਿਲਾਂ 50% ਚਾਰਜ ਸ਼ੀਟ 'ਤੇ ਆ, ਕਿਤੇ 50% ਬਾਅਦ 'ਚ ਆ ਅਤੇ 25% ਥੱਲੇ ਆ। ਇਸ ਤਰ੍ਹਾਂ ਵੱਖਰੇ ਵੱਖਰੇ ਜੁਰਮ ਦੇ ਮੁਤਾਬਕ ਇਹਦੀਆਂ ਮੁਆਵਜ਼ੇ ਦੀ ਰਾਸ਼ੀ ਗਿਣੀ ਗਈ ਆ। ਜਿਹੜੀ ਅਪਰ ਕਾਸਟ ਦੇ ਜੁਰਮਾਂ ਦੀ ਤੁਸੀਂ ਗੱਲ ਕੀਤੀ ਆ, ਇਹ ਜਿਹੜੀਆਂ ਦੂਸਰੇ ਸੂਬੇ ਆ ਉਹਨਾਂ ਵਿੱਚ ਤਾਂ ਘਟਨਾਵਾਂ ਵਾਪਰੀਆਂ, ਕੀ ਪੰਜਾਬ ਦੇ ਵਿੱਚ ਵੀ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ? ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਵਾਪਰਦੀਆਂ ਆ। ਉਹ ਭਾਵੇਂ ਉਹਨਾਂ ਦਾ ਬੇਸ ਆਰਥਿਕ ਹੁੰਦਾ, ਪਰ ਉਹ ਸਮਾਜਿਕ ਤੌਰ 'ਤੇ ਇਸ ਤਰ੍ਹਾਂ ਜੋੜੀਆਂ ਜਾਂਦੀਆਂ ਕਿ ਇਹ ਇੱਕ ਅਪਰ ਕਾਸਟ ਵੱਲੋਂ ਛੋਟੀ ਕਾਸਟ ਨੂੰ ਜਲੀਲ ਕੀਤਾ ਗਿਆ, ਜਾਂ ਉਹਨੂੰ ਇਹ ਸਮਝ ਕੇ ਵੀ ਇਹ ਕਮਜ਼ੋਰ, ਇਹ ਸਾਡਾ ਕੀ ਕਰ ਲੂ। ਇਸ ਤਰ੍ਹਾਂ ਦੇ ਅਤਿਆਚਾਰ ਜਿਹੜੇ ਪੰਜਾਬ 'ਚ ਹੁੰਦੇ ਆ। ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਵਿਸ਼ੇਸ਼ ਰਿਪੋਰਟ ਵਾਸਤੇ ਅੱਜ ਲਈ ਸਿਰਫ ਇੰਨਾ ਹੀ। ਹੁਣ ਮੈਨੂੰ ਗੁਰਬਖਸ਼ ਮਹੇ ਨੂੰ ਦਿਓ ਇਜਾਜ਼ਤ।
ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਜਲਦ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਇਸ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।